ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਤੇ ਤੁਹਾਡੇ ਨਾਲ ਹਾਂ ਗੁਰਪ੍ਰੀਤ ਸਿੰਘ ਚੱਠਾ। ਅੱਜ ਦੇ ਪ੍ਰੋਗਰਾਮ ਵਿੱਚ ਵਿਚਾਰ ਚਰਚਾ ਕਰਾਂਗੇ ਕੁਝ ਵੱਡੀਆਂ ਤੇ ਅਹਿਮ ਖਬਰਾਂ ਨੂੰ ਲੈ ਕੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਮਾਨ ਸਰਕਾਰ ਹੁਣ 3 ਹੋਰ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਉੱਤੇ ਕਾਰਵਾਈ ਦੇ ਰੂਹ ਦੇ ਵਿੱਚ ਨਜ਼ਰ ਆ ਰਹੀ ਹੈ। ਆਖਰ ਕਿਹੜੇ ਕਾਂਗਰਸੀਆਂ ਦਾ ਨੰਬਰ ਲੱਗਣ ਜਾ ਰਿਹਾ, ਇਸ ਨੂੰ ਲੈ ਕੇ ਚਰਚਾ ਕਰਾਂਗੇ। ਨਾਲ ਹੀ ਗੱਲ ਕਰਾਂਗੇ सीएम भगवंत सिंह मान एक मामले ਨੂੰ ਲੈ ਕੇ ਕਸੂਤੇ ਫਸਦੇ ਨਜ਼ਰ ਆ ਰਹੇ ਨੇ, ਉਹ ਕੀ ਆ ਮਾਮਲਾ, ਉਸ ਨੂੰ ਲੈ ਕੇ ਵੀ ਚਰਚਾ ਕਰਾਂਗੇ। ਨਾਲ ਹੀ ਗੱਲ ਕਰਾਂਗੇ SGPC ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ, ਵੱਡਾ ਐਲਾਨ ਕੀਤਾ ਗਿਆ ਹੈ। ਉਹ ਕੀ ਆ ਮਾਮਲਾ, ਉਸ ਨੂੰ ਲੈ ਕੇ ਵੀ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਰਾਂਗੇ। ਤੇ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਵਿਚਾਰ ਚਰਚਾ ਕਰਨ ਲਈ ਸ਼ਾਮਲ ਹੋਏ ਨੇ ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਪ੍ਰੋਗਰਾਮ 'ਚ ਸਵਾਗਤ ਹੈ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਅਣਖੀ ਸਾਹਿਬ, ਜਿਸ ਤਰੀਕੇ ਦੇ ਨਾਲ ਜਦੋਂ ਤੋਂ ਮਾਨ ਸਰਕਾਰ ਬਣੀ ਹੈ ਤਾਂ ਲਗਾਤਾਰ ਕਾਰਵਾਈਆਂ ਦਾ ਦੌਰ ਜਾਰੀ ਹੈ ਤੇ ਖਾਸ ਤੌਰ ਦੇ ਉੱਤੇ ਨਿਸ਼ਾਨੇ ਦੇ ਉੱਤੇ ਸਾਬਕਾ ਮੰਤਰੀ ਨੇ ਜਿਹੜੇ ਜਾਂ ਵਿਧਾਇਕ ਉਹ ਨਜ਼ਰ ਆ ਰਹੇ ਨੇ। ਜਿਸ ਤਰੀਕੇ ਦੇ ਨਾਲ ਪਹਿਲਾਂ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਸੀਗੀ ਤਾਂ ਹੁਣ 3 ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਉੱਤੇ ਕਾਰਵਾਈ ਦੇ ਰੂਪ ਦੇ ਵਿੱਚ ਨਜ਼ਰ ਆ ਰਹੀ ਹੈ ਮਾਨ ਸਰਕਾਰ। ਤਾਂ ਕਿਵੇਂ ਦੇਖਦੇ ਹੋ, ਕਿੰਨੀਆਂ ਕੁ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਤੇ ਕਿਹੜੇ ਲੀਡਰਾਂ ਦਾ ਨੰਬਰ ਲੱਗਣ ਜਾ ਰਿਹਾ? ਚੱਠਾ ਸਾਹਿਬ, ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਪੰਜਾਬ 'ਚ ਬਣੀ ਆ ਤੇ ਉਹਨਾਂ ਵੱਲੋਂ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਜਿਹੜੀ ਲੜਾਈ ਛੇੜੀ ਗਈ ਆ ਔਰ ਇਹ ਕਿਹਾ ਜਾ ਰਿਹਾ ਕਿ ਜ਼ੀਰੋ ਟੋਲਰੈਂਸ ਦੇ ਆਧਾਰ ਤੇ ਹੀ ਇਹ ਕੰਮ ਜਿਹੜਾ ਕੀਤਾ ਜਾਵੇਗਾ। ਉਸ ਆਧਾਰ ਤੇ ਮਾਨ ਸਰਕਾਰ ਵੱਲੋਂ ਹਰ ਦਿਨ ਜਿਹੜੇ ਸਾਬਕਾ ਕਾਂਗਰਸੀ ਵਿਧਾਇਕ ਨੇ ਜਾਂ ਸਾਬਕਾ ਮੰਤਰੀ ਨੇ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਖੋਲੀਆਂ ਜਾ ਰਹੀਆਂ ਨੇ ਤੇ ਬਹੁਤ ਕੁਝ ਇਹੋ ਜਿਹਾ ਸਾਹਮਣੇ ਆ ਰਿਹਾ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਬੀਤੇ ਦੌਰ ਦੇ ਵਿੱਚ ਕਿਹੋ ਜਿਹੀ ਕਰਪਸ਼ਨ ਜਾਂ ਕਿਹੋ ਜਿਹਾ ਭ੍ਰਿਸ਼ਟਾਚਾਰ ਇਹਨਾਂ ਸਾਬਕਾ ਮੰਤਰੀਆਂ ਜਾਂ ਵਿਧਾਇਕਾਂ ਵੱਲੋਂ ਕੀਤਾ ਜਾਂਦਾ ਰਿਹਾ ਹੈ। ਸਾਧੂ ਸਿੰਘ ਧਰਮਸੋਤ ਜਿਹੜੇ ਨੇ, ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਜੰਗਲਾਤ ਮਹਿਕਮੇ ਦੇ ਵਿੱਚ ਉਹ ਅੰਦਰ ਨੇ ਇਸ ਵੇਲੇ, ਔਰ ਦੂਜੇ ਉਹਨਾਂ ਦੇ ਸੰਬੰਧੀ ਵੀ ਕਈ ਮਾਮਲੇ ਤਿਆਰ ਕੀਤੇ ਜਾ ਰਹੇ ਆ। ਪਰ ਇਹਦੇ ਨਾਲ ਹੀ ਨਾਲ 2 ਹੋਰ ਮੰਤਰੀ ਜਿਹੜੇ ਨੇ ਇਸ ਵੇਲੇ ਵਿਜੀਲੈਂਸ ਤੇ ਰਡਾਰ ਦੇ ਉੱਤੇ ਨੇ ਔਰ ਬਕਾਇਦਾ ਤੌਰ ਤੇ ਭਗਵੰਤ ਸਿੰਘ ਮਾਨ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਜਿਹੜੇ ਹੁਕਮ ਨੇ ਉਹ ਜਾਰੀ ਜਿਹੜੇ ਵਿਜੀਲੈਂਸ ਵਿਭਾਗ ਨੂੰ ਕਰ ਦਿੱਤੇ ਆ। ਇਹਨਾਂ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਨਾਮ ਜਿਹੜਾ ਆਉਂਦਾ ਆ ਉਹ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਦਾ ਆਪਾਂ ਕਹਿ ਸਕਦੇ ਹਾਂ, ਜਿਨ੍ਹਾਂ ਦੇ ਖਿਲਾਫ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਉਹਨਾਂ ਦੇ ਪੰਚਾਇਤ ਮੰਤਰੀ ਨੇ, ਉਹਨਾਂ ਨੇ ਜਿਹੜਾ ਮੋਰਚਾ ਇਹਨਾਂ ਦੇ ਖਿਲਾਫ ਜਿਹੜਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਖਿਲਾਫ ਖੋਲ੍ਹਿਆ ਹੋਇਆ। ਤੇ ਇਹ ਮੋਰਚਾ ਜਿਹੜਾ ਉਹਨਾਂ ਨੇ ਜਿਹੜਾ ਕਰਪਸ਼ਨ ਦਾ ਜਿਹੜਾ ਕੇਸ ਖੋਲ੍ਹਿਆ ਉਹ ਭਗਤੂਪੁਰਾ ਜ਼ਮੀਨ ਜਿਹੜੀ ਅਲਫਾ ਸਿਟੀ ਦੇ ਲਾਗੇ ਅੰਮ੍ਰਿਤਸਰ ਦੇ ਲਾਗੇ ਉਸ ਜ਼ਮੀਨ ਦਾ ਹੈਗਾ ਕਿ ਜਿਹੜਾ ਉਹਨਾਂ ਨੇ ਉਸ ਵਕਤ ਸਾਈਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉਸ ਜ਼ਮੀਨ ਦੀ ਜਿਹੜੀ ਖਰੀਦੋ ਫਰੋਖਤ ਸੀ ਜਾਂ ਅਲਾਟਮੈਂਟ ਸੀ ਉਸ ਵੇਲੇ ਸਾਈਨ ਕੀਤੇ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਨਹੀਂ ਸੀ ਹੈਗੀ, ਕੋਡ ਆਫ ਕੰਡਕਟ ਲਾਗੂ ਸੀ, ਚੋਣਾਂ ਦੇ ਨਤੀਜੇ ਜਿਹੜੇ ਆ ਚੁੱਕੇ ਸੀ, ਪਰ ਫਿਰ ਵੀ ਉਹਨਾਂ ਨੇ ਜਿਹੜੇ ਸਾਈਨ ਜਿਹੜੇ ਉਹ ਕਰ ਦਿੱਤੇ। ਇਸ ਗੱਲ ਨੂੰ ਲੈ ਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹਮੇਸ਼ਾ ਵਿਜੀਲੈਂਸ ਤੇ ਜਾਂ ਆਪਾਂ ਕਹਿ ਸਕਦੇ ਕੁਲਦੀਪ ਸਿੰਘ ਧਾਲੀਵਾਲ ਦੇ ਰਡਾਰ ਦੇ ਉੱਤੇ ਰਹੇ ਆ ਤੇ ਉਹਨਾਂ ਦੇ ਖਿਲਾਫ ਜਾਂਚ ਜਿਹੜੀ ਕਰਾਉਣ ਵਾਸਤੇ ਬੀਤੇ ਦਿਨ 3 ਮੈਂਬਰੀ ਇੱਕ ਕਮੇਟੀ ਜਿਹੜੀ ਉਹ ਗਠਿਤ ਕੀਤੀ ਗਈ ਸੀ। ਤਾਂ ਹੁਣ ਸਮਝਿਆ ਜਾ ਰਿਹਾ ਕਿ ਉਸ 3 ਮੈਂਬਰੀ ਕਮੇਟੀ ਦੀ ਜਿਹੜੀ ਰਿਪੋਰਟ ਆ ਉਹ ਭਗਵੰਤ ਮਾਨ ਹੋਣਾ ਨੂੰ ਦੇ ਦਿੱਤੀ ਗਈ ਆ ਔਰ ਉਸ ਤੋਂ ਮਗਰੋਂ ਭਗਵੰਤ ਮਾਨ ਨੇ ਉਸ ਰਿਪੋਰਟ ਨੂੰ ਕਾਰਵਾਈ ਕਰਦਿਆਂ ਹੋਇਆ ਉਸਦੀ ਜਿਹੜੀ ਅਗਲੇਰੀ ਕਾਰਵਾਈ ਵਾਸਤੇ ਪੰਜਾਬ ਵਿਜੀਲੈਂਸ ਵਿਭਾਗ ਨੂੰ ਉਹ ਰਿਪੋਰਟ ਜਿਹੜੀ ਭੇਜ ਦਿੱਤੀ ਆ। ਤਾਂ ਉਹਦੇ ਸੰਬੰਧੀ ਜਿਹੜੀ ਸਮਝਿਆ ਜਾ ਰਿਹਾ ਕਿ ਕਾਰਵਾਈ ਜਾਰੀ ਆ। ਤਾਂ ਕੁਦਰਤੀ ਤੌਰ ਤੇ ਆਉਂਦਿਆਂ ਦਿਨਾਂ 'ਚ ਵਿਜੀਲੈਂਸ ਤੇ ਰਡਾਰ ਦੇ ਉੱਤੇ ਜਾਂ ਵਿਜੀਲੈਂਸ ਜਿਸ ਤਰੀਕੇ ਦੀ ਕਾਰਵਾਈ ਕਰੇਗੀ ਤਾਂ ਉਹਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਆ ਤੇ ਦੂਸਰੇ ਮੰਤਰੀ ਜਿਹੜੇ ਸਾਬਕਾ ਮੰਤਰੀ ਨੇ ਉਹ ਭਾਰਤ ਭੂਸ਼ਣ ਆਸ਼ੂ ਨੇ, ਜਿਨ੍ਹਾਂ ਵਿੱਚ ਅਨਾਜ ਮੰਡੀਆਂ ਦੇ ਟੈਂਡਰ ਨੂੰ ਲੈ ਕੇ ਜਿਹੜੀ ਜਾਂਚ ਆ ਜਿਹੜੀ ਚੱਲਦੀ ਪਈ ਹੈ ਤੇ ਸਮਝਿਆ ਜਾ ਰਿਹਾ ਕਿ ਉਹਨਾਂ ਦੇ ਸੰਬੰਧੀ ਵੀ ਜਾਂਚ ਜਿਹੜੀ ਆ ਹੁਣ ਉਹ ਕੰਪਲੀਟ ਹੋ ਚੁੱਕੀ ਆ, ਮੁਕੰਮਲ ਹੋ ਚੁੱਕੀ ਆ। ਤੇ ਭਾਰਤ ਭੂਸ਼ਣ ਆਸ਼ੂ ਨੂੰ ਵੀ ਪਤਾ ਆ ਕਿ ਉਹਨਾਂ ਦੇ ਖਿਲਾਫ ਜਿਹੜੀ ਸਰਕਾਰ ਆ ਇਸ ਵੇਲੇ ਬੜੀ, ਅਸੀਂ ਕਹਿ ਸਕਦੇ ਕਿ ਬਹੁਤ ਸਿੱਧੇ ਹੱਥਾਂ ਦੇ ਨਾਲ ਸਰਕਾਰ ਉਹਦੇ ਪਿੱਛੇ ਪਈ ਆ ਔਰ ਜਿਸ ਕਾਰਨ ਭਾਰਤ ਭੂਸ਼ਣ ਆਸ਼ੂ ਵੱਲੋਂ ਬੀਤੇ ਦਿਨ ਹਾਈ ਕੋਰਟ ਦੇ ਵਿੱਚ ਵੀ ਅਗਲੇਰੀ ਜ਼ਮਾਨਤ ਦੀ ਜਿਹੜੀ ਅਰਜ਼ੀ ਦਿੱਤੀ ਗਈ ਸੀ, ਪਰ ਉਹਨਾਂ ਨੇ ਜਿਹੜੀ ਉਹ ਨਾ ਜਿਹੜੀ ਕਰ ਦਿੱਤੀ ਸੀ। ਸੋ ਇਹ 2 ਮੰਤਰੀ ਨੇ ਜਿਨ੍ਹਾਂ ਦੇ ਖਿਲਾਫ ਇਸ ਵੇਲੇ ਜੋ ਭਗਵੰਤ ਮਾਨ ਦੇ ਰਡਾਰ ਦੇ ਉੱਤੇ ਨੇ ਤੇ ਸਮਝਿਆ ਜਾ ਰਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ
ਕੀਤੀ ਜਾ ਸਕਦੀ ਤੇ ਕਾਰਵਾਈ ਯਕੀਨਨ ਜਿਹੜੀ ਆ ਉਹ ਕੀਤੀ ਜਾਏਗੀ। ਤੇ ਤੀਜਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਹੀ ਹਨ, ਜਿਨ੍ਹਾਂ ਦੇ ਖਿਲਾਫ ਇੱਕ ਹੋਰ ਕੇਸ ਜਿਹੜਾ ਉਹ ਦਰਜ ਕੀਤਾ ਜਾ ਸਕਦਾ ਆ, ਤੇ ਉਹ ਕੇਸ ਜਿਹੜਾ ਆ ਉਹ ਵਜ਼ੀਫਿਆਂ ਨਾਲ ਸੰਬੰਧਿਤ ਆ। ਅਨੁਸੂਚਿਤ ਜਾਤੀ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆਈ ਸੀ, ਉਹਦੇ ਵਿੱਚ ਵੱਡੇ ਪੱਧਰ ਤੇ ਧਾਂਦਲੀਆਂ ਹੋਈਆਂ ਔਰ ਕਲੀਅਰ ਕੱਟ ਸਾਧੂ ਸਿੰਘ ਧਰਮਸੋਤ ਦਾ ਨਾਂ ਉਹ ਸਾਰੇ ਕਪੜੇਬਾਜ਼ੀ 'ਚ ਲੱਗਾ ਸੀ। ਤਾਂ ਬੀਤੇ ਦਿਨ ਯਾਦ ਹੋ ਗਿਆ ਕਿ ਜਦੋਂ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਸੀ ਕਿ ਉਹਦੀ ਵੀ ਜਾਂਚ ਕਰਾਈ ਜਾਏਗੀ, ਤਾਂ ਉਹਦੀ ਜਾਂਚ ਦੀ ਰਿਪੋਰਟ ਵੀ ਹੁਣ ਕਹਿੰਦੇ ਨੇ ਕਿ ਭਗਵੰਤ ਸਿੰਘ ਮਾਨ ਉਹਨਾਂ ਕੋਲ ਪਹੁੰਚ ਚੁੱਕੀ ਆ। ਤਾਂ ਉਹ ਇੱਕ ਹੋਰ ਕੇਸ ਜਿਹੜਾ ਉਹ ਜਿਹੜਾ ਆ ਸਾਧੂ ਸਿੰਘ ਧਰਮਸੋਤ ਦੇ ਉੱਤੇ ਜੜਿਆ ਜਾ ਸਕਦਾ ਆ। ਤੇ ਇਹਦੇ ਨਾਲ ਹੀ ਨਾਲ ਇੱਕ ਹੋਰ ਵਿਧਾਇਕ ਜਿਹੜੇ ਨੇ ਮਦਨ ਲਾਲ ਜਲਾਲਪੁਰ ਜਿਹੜੇ ਨੇ, ਉਹਨਾਂ ਦੇ ਸਾਬਕਾ ਵਿਧਾਇਕ ਜਿਹੜੇ ਨੇ ਕਾਂਗਰਸ ਦੇ, ਉਹਨਾਂ ਦੇ ਖਿਲਾਫ ਵੀ ਕਹਿੰਦੇ ਆ ਕਿ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ। ਤਾਂ ਉਹ ਵੀ ਭਗਵੰਤ ਮਾਨ ਦੇ ਰਡਾਰ ਦੇ ਉੱਤੇ ਹਨ। ਹੁਣ ਜਲਾਲਪੁਰਾ ਉਹਨਾਂ ਨੇ ਆਪਣੇ ਦੌਰ ਦੇ ਵਿੱਚ ਕੁਝ ਕਰੋੜਾਂ ਦੇ ਕੱਪੜੇ ਜਿਹੜੇ ਨੇ ਉਹਨਾਂ ਦੇ ਸੰਬੰਧਿਤ ਇੱਕ ਮਹਿਲਾ ਸਰਪੰਚ ਆ, ਉਹਨਾਂ ਵੱਲੋਂ ਜਿਹੜੀ ਗ੍ਰਾਂਟ ਮਿਲੀ, ਤਾਂ ਉਹ ਗ੍ਰਾਂਟ ਮਦਨ ਲਾਲ ਜਲਾਲਪੁਰਾ ਉਹਨਾਂ ਨੇ ਦਵਾਈ ਸੀ, ਤਾਂ ਉਹ ਖੁਰਦ-ਬੁਰਦ ਕੀਤੀ ਗਈ। ਉਹ ਜਿਹੜੇ ਠੀਕ ਫੰਡ ਆ ਜਿਸ ਵਾਸਤੇ ਉਹ ਗ੍ਰਾਂਟ ਜਾਰੀ ਕੀਤੀ ਗਈ ਜਾਂ ਰਿਲੀਜ਼ ਕੀਤੀ ਗਈ, ਉਹਨਾਂ ਕੰਮਾਂ ਵਾਸਤੇ ਉਹ ਗ੍ਰਾਂਟ ਵਰਤੀ ਨਹੀਂ ਗਈ, ਉਹਦੀ ਦੁਰਵਰਤੋਂ ਹੋਈ। ਤੇ ਇਹ ਸਾਰਾ ਕੁਝ ਕਹਿੰਦੇ ਆ ਕਿ ਮਦਨ ਲਾਲ ਜਲਾਲਪੁਰ ਦੇ ਉਹ ਨਜ਼ਦੀਕੀ ਮਹਿਲਾ ਸਰਪੰਚ ਜਿਹੜੀ ਸੀ ਉਹਦੇ ਵੱਲੋਂ ਸਭ ਕੁਝ ਕੀਤਾ ਗਿਆ, ਤੇ ਜਿਸ ਦੇ ਸੰਬੰਧੀ ਇਹ ਇੰਸੀਡੈਂਟ ਜਿਹੜੇ ਉਹ ਸਾਹਮਣੇ ਆਏ। ਸੋ ਉਸ ਕੇਸ ਦੇ ਵਿੱਚ ਜਿਹੜੀ ਸਰਕਾਰ ਹੈ ਮੌਜੂਦਾ, ਮਦਨ ਲਾਲ ਜਲਾਲਪੁਰ ਦੇ ਖਿਲਾਫ ਵੀ ਕਾਰਵਾਈ ਕਰਨ ਨੂੰ ਤਿਆਰ ਹੋ ਰਹੀ ਆ। ਬਕਾਇਦਾ ਤੌਰ ਤੇ ਜਾਂਚ ਕਹਿੰਦੇ ਨੇ ਕਿ ਜਿਨ੍ਹਾਂ ਦੇ ਆਪਾਂ ਨਾਮ ਲਏ ਆ ਕਿ ਜਾਂਚਾਂ ਜਿਹੜੀਆਂ ਨੇ ਇਹਨਾਂ ਦੇ ਸੰਬੰਧੀ ਪੂਰਨ ਤੌਰ ਤੇ ਮੁਕੰਮਲ ਕਰ ਲਈਆਂ ਗਈਆਂ ਨੇ। ਹੁਣ ਅਗਲੇ ਦਿਨਾਂ 'ਚ ਵੇਖੋ ਕਿ ਕਿਸ ਵਕਤ ਵਿਜੀਲੈਂਸ ਜਿਹੜਾ ਆ ਇਹਨਾਂ ਦੇ ਖਿਲਾਫ ਗ੍ਰਿਫਤਾਰ ਕਰਦੀ ਹੈ ਜਾਂ ਕੋਈ ਕੇਸ ਦਰਜ ਕਰਦੀ ਹੈ ਜਾਂ ਕੀ ਕਰਦੀ ਹੈ, ਇਹ ਆਉਂਦੇ ਦਿਨਾਂ 'ਚ ਸਾਫ਼ ਹੋ ਜਾਵੇਗਾ। ਪਰ ਜਿਸ ਤਰੀਕੇ ਨਾਲ ਇਸ ਵੇਲੇ ਇਹ ਜਿਹੜੀ ਚਰਚਾਵਾਂ ਨੇ ਕਿ ਇਹ ਤਿੰਨ ਸਾਬਕਾ ਮੰਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਡਾਰ ਤੇ ਨੇ। ਬਿਲਕੁਲ, ਜਿਸ ਤਰੀਕੇ ਨਾਲ ਅੰਕਿਤ ਸਾਹਿਬ ਤੁਸੀਂ ਵੀ ਗੱਲ ਕੀਤੀ ਹੈ, ਤੇ ਜਦੋਂ ਤੋਂ ਮਾਨ ਸਰਕਾਰ ਬਣੀ ਹੈ ਤੇ ਕਾਂਗਰਸ ਹੀ ਜਿਹੜੇ ਉਹਨਾਂ ਦੇ ਨਿਸ਼ਾਨੇ ਤੇ ਨਜ਼ਰ ਆ ਰਹੇ ਨੇ। ਤੇ ਜੇਕਰ ਪਿੱਛੇ ਗੱਲ ਕੀਤੀ ਜਾਵੇ ਅਕਾਲੀ ਦਲ ਦੀ, ਉਸ ਸਮੇਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ, ਗੋਲੀਕਾਂਡ ਦਾ ਮਾਮਲਾ ਸਾਹਮਣੇ ਆਇਆ, ਖਾਸ ਤੌਰ ਦੇ ਉੱਤੇ ਨਸ਼ੇ ਦਾ ਮਾਮਲਾ ਵੀ ਉੱਠਿਆ, ਜਿਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਕੱਲ੍ਹ ਜ਼ਮਾਨਤ ਮਿਲੀ ਹੈ। ਤਾਂ ਕਿਵੇਂ ਦੇਖਦੇ ਹੋ ਮਾਨ ਸਰਕਾਰ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਕਾਂਗਰਸੀਆਂ ਤੱਕ ਸੀਮਿਤ ਰਹਿਣਗੀਆਂ ਜਾਂ ਫਿਰ ਥੋੜਾ ਪਿੱਛੇ ਵੀ ਜਾਣਗੇ ਅਕਾਲੀ ਦਲ ਦੇ ਉੱਤੇ ਵੀ? ਗੁਰਪ੍ਰੀਤ ਜੀ, ਜਿਸ ਤਰੀਕੇ ਦੀਆਂ ਤੁਸੀਂ ਕਹਾਣੀਆਂ ਬਿਆਨ ਕੀਤੀਆਂ ਨੇ, ਬੜੀ ਵਧੀਆ ਪ੍ਰਸ਼ਨ ਆ ਕਿ ਇਹਨਾਂ ਦੀ ਜਿਹੜੀ ਰਡਾਰ ਤੇ ਨੇ ਕੇਵਲ ਤੇ ਕੇਵਲ ਸਾਬਕਾ ਕਾਂਗਰਸੀ ਮੰਤਰੀ, ਸਾਬਕਾ ਵਿਧਾਇਕ ਹੀ ਹਨ। ਤੁਸੀਂ ਗੋਲੀਕਾਂਡ ਦੀ ਗੱਲ ਕੀਤੀ, ਬੇਅਦਬੀ ਕਾਂਡ ਦੀ ਗੱਲ ਕੀਤੀ, ਤੇ ਨਾਲ ਹੀ ਬਿਕਰਮਜੀਤ ਸਿੰਘ ਮਜੀਠੀ ਦੀ ਗੱਲ ਕੀਤੀ। ਹੁਣ ਬਿਕਰਮ ਸਿੰਘ ਮਜੀਠੀਏ ਨੂੰ ਉੱਤੇ ਜਿਹੜੀ FIR ਲਾਂਚ ਕੀਤੀ ਔਰ ਫੜ ਕੇ ਜਿਹੜਾ ਜੇਲ੍ਹ 'ਚ ਦਿੱਤਾ ਗਿਆ ਸੀ, ਉਹ ਚੰਨੀ ਸਰਕਾਰ ਤੇ ਦਿੱਤਾ ਸੀ। ਉਸ ਤੋਂ ਮਗਰੋਂ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਪੰਜਾਬ 'ਚ ਬਣਦੀ ਆ, ਤਾਂ ਕੁਦਰਤੀ ਤੌਰ ਤੇ ਉਸ ਕੇਸ ਨੂੰ ਜਿਹੜਾ ਕਾਂਗਰਸ ਸਰਕਾਰ ਦੇ ਸਮੇਂ ਦਰਜ ਹੋਇਆ ਸੀ, ਉਸ ਕੇਸ ਦੀ ਪੈਰਵੀ ਕਰਦਾ ਇਹਨਾਂ ਦਾ ਫਰਜ਼ ਬਣਦਾ ਸੀ। ਇੱਕ ਤਰੀਕੇ ਨਾਲ ਪੈਰਵੀ ਕੀਤੀ ਜਾਂਦੀ, ਤੇ ਉਹ ਜਿਹੋ ਜਿਹੀ ਇਹਨਾਂ ਨੇ ਪੈਰਵੀ ਕੀਤੀ ਆ ਉਸ ਕੇਸ ਦੀ, ਉਸ ਦਾ ਨਤੀਜਾ ਕੱਲ ਤੁਸੀਂ ਦੇਖ ਹੀ ਲਿਆ ਕਿ ਪੰਜਾਬ ਸਰਕਾਰ ਇਸ ਕੇਸ ਨੂੰ ਕਿੰਨੀ ਅਣਗਹਿਲੀ ਦੇ ਨਾਲ ਲਿਆ। ਹਾਲਾਂਕਿ ਜੋ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਨੇ ਵਿਨੋਦ ਘਈ, ਉਹਨਾਂ ਵੱਲੋਂ ਇਹ ਕਿਹਾ ਜਾਂਦਾ ਕਿ ਉਹ ਬੜੇ ਨਾਮੀ ਵਕੀਲ ਨੇ, ਬੜੇ ਵਧੀਆ ਨੇ ਹਰ ਮੁੱਦੇ ਤੋਂ ਕ੍ਰਾਈਮ ਨਾਲ ਸੰਬੰਧਿਤ। ਪਰ ਜਿਸ ਤਰੀਕੇ ਨਾਲ ਕੱਲ ਜ਼ਮਾਨਤ ਬਿਕਰਮ ਸਿੰਘ ਮਜੀਠੀ ਨੂੰ ਜ਼ਮਾਨਤ ਮਿਲਦੀ ਆ, ਉਹਦਾ ਤਾਂ ਕੁਦਰਤੀ ਤੌਰ ਤੇ ਭਗਵੰਤ ਸਿੰਘ ਮਾਨ ਦੀ ਇਹ ਸਰਕਾਰ ਤੇ ਉਂਗਲੀਆਂ ਉੱਠੀਆਂ ਜਾਇਜ਼ ਨੇ ਕਿ ਇਹਨਾਂ ਨੇ ਉਹ ਕੇਸ ਦੀ ਪੈਰਵੀ ਠੀਕ ਤਰੀਕੇ ਨਾਲ ਕਿਉਂ ਨਹੀਂ ਕੀਤੀ। ਚਲੋ ਇਹ ਗੱਲ ਆਪਾਂ ਕਿਸੇ ਦੀ ਜ਼ਮਾਨਤ ਦੇ ਖਿਲਾਫ ਜਾਂ ਹੱਕ 'ਚ ਨਹੀਂ ਆ, ਇੱਕ ਜਰਨਲ ਪੱਤਰਕਾਰੀ ਪੁਆਇੰਟ ਵੀ ਤੋਂ ਗੱਲ ਕਰਦੇ ਪਏ ਆ ਕਿ ਜੇਕਰ ਕੇਸ ਦਰਜ ਹੋਇਆ, ਪਹਿਲਾਂ ਕੇਸ ਜਿਹੜਾ ਕਾਂਗਰਸ ਸਰਕਾਰ ਦੇ ਦਰਜ ਕੀਤਾ, 4 ਮਹੀਨੇ ਇਹਨਾਂ ਦੀ ਸਰਕਾਰ ਰਹੀ ਔਰ 4 ਮਹੀਨਿਆਂ ਦੇ ਵਿੱਚ ਇਹ ਕੋਈ ਵੀ ਸਬੂਤ ਜਿਹੜਾ ਉਹ ਪੇਸ਼ ਨਹੀਂ ਕਰ ਸਕੇ, ਤਾਂ ਫਿਰ ਅਕਾਲੀ ਦਲ ਜੋ ਕਹਿ ਰਿਹਾ ਬਿਲਕੁਲ ਠੀਕ ਕਹਿ ਰਿਹਾ ਕਿ ਫਿਰ ਪਰਚਾ ਜਿਹੜਾ ਸੀ ਉਹਨਾਂ ਦੇ ਖਿਲਾਫ ਕੇਵਲ ਰਾਸੀ ਰੰਜਿਸ਼ ਦੇ ਤਹਿਤ ਦਰਜ ਕੀਤਾ ਗਿਆ। ਹਾਈ ਕੋਰਟ 'ਚ ਟਿੱਪਣੀਆਂ ਕਿ ਕੋਈ ਪੁਖਤਾ ਪ੍ਰਮਾਣ ਜਿਹੜੇ ਇਹ ਨਹੀਂ ਦੇ ਸਕੇ। ਕਹਿਣ ਦਾ ਅਰਥ ਇਹ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਜੇਕਰ ਇਸ ਕੇਸ ਦੇ ਉੱਤੇ ਠੀਕ ਤਰੀਕੇ ਨਾਲ ਕਾਰਵਾਈ ਨਹੀਂ ਕਰ ਸਕੀ ਔਰ ਬਿਕਰਮ ਸਿੰਘ ਮਜੀਠੀਆ ਜ਼ਮਾਨਤ ਲੈਣ ਵਿੱਚ ਸਫਲ ਹੋ ਜਾਂਦੇ ਨੇ, ਜੋ ਕਿ ਉਹਨਾਂ ਦਾ ਕਾਨੂੰਨੀ ਹੱਕ ਆ, ਕੋਈ ਸੰਵਿਧਾਨਕ ਹੱਕ ਆ,
ਤਾਂ ਫਿਰ ਇਹ ਸਰਕਾਰ ਤੇ ਉੱਤੇ ਇਹ ਪ੍ਰਸ਼ਨ ਚਿੰਨ੍ਹ ਲੱਗਣਾ ਜਾਇਜ਼ ਆ ਕਿ ਕੱਲ ਨੂੰ ਇਹ ਸਰਕਾਰ ਕੀ ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਦੇ ਕਥਿਤ ਮੁਲਜ਼ਮਾਂ ਨੂੰ ਫੜ ਕੇ ਅੰਦਰ ਡੱਕੇਗੀ? ਕੀ ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤਾਂ ਨੂੰ ਕੀ ਇਹ ਸਰਕਾਰ ਇਨਸਾਫ ਦਿਵਾਉਣ ਦੇ ਵਿੱਚ ਸਮਰੱਥ ਹੋਵੇਗੀ? ਕੀ ਇਹ ਸਰਕਾਰ, ਪ੍ਰਸ਼ਨ ਚਿੰਨ੍ਹ ਲੱਗ ਰਹੇ ਆ, ਕੀ ਇਹ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਵਿੱਚ ਜਿਹੜੇ ਦੋਸ਼ੀ ਮਿਥੇ ਗਏ ਕਿ ਉਹਨਾਂ ਦੇ ਖਿਲਾਫ ਇਹ ਸਰਕਾਰ ਕਾਰਵਾਈ ਕਰ ਸਕੇਗੀ? ਕੁਐਸਚਨ ਮਾਰਕ। ਸੋ ਕਹਿਣ ਦਾ ਅਰਥ ਇਹ ਆ ਕਿ ਸਰਕਾਰ ਦੀ ਇਹ ਜੋ ਕੁਝ 4 ਮਹੀਨਿਆਂ ਦੀ ਕਾਰਜਸ਼ੈਲੀ ਰਹੀ ਆ, ਕਾਰਜਗੁਜ਼ਾਰੀ ਰਹੀ ਆ, ਔਰ ਕਾਨੂੰਨੀ ਪੱਖਾਂ ਤੇ ਜਿਸ ਤਰੀਕੇ ਨਾਲ ਕੱਲ ਇੱਕ ਅਹਿਮ ਰਾਹਤ ਜਿਹੜੀ ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਆ, ਉਹ ਅਕਾਲੀ ਦਲ ਨੂੰ ਬੜੀ ਵੱਡੀ ਇੱਕ ਫੋਰਸ ਆ। ਪਰ ਦੂਜੇ ਪਾਸੇ ਇਹਦੇ ਨਾਲ ਸਰਕਾਰ ਨੂੰ ਇੱਕ ਵੱਡਾ ਝਟਕਾ ਵੀ ਲੱਗਾ ਕਿ ਸਰਕਾਰ ਠੀਕ ਤਰੀਕੇ ਨਾਲ ਆਪਣੀ ਪੈਰਵੀ ਨਹੀਂ ਕਰ ਸਕੀ, ਤੇ ਦੂਜੇ ਪਾਸੇ ਕੇਵਲ ਤੇ ਕੇਵਲ ਭ੍ਰਿਸ਼ਟਾਚਾਰ ਨੂੰ ਲੈ ਕੇ ਹੀ ਸਾਬਕਾ ਕਾਂਗਰਸੀ ਮੰਤਰੀਆਂ ਦੇ ਖਿਲਾਫ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ, ਉਹਦੇ ਨਾਲ 20 ਲੋਕਾਂ ਦੇ ਸੰਬੰਧੀ ਸ਼ੰਕੇ ਜਿਹੜੇ ਖੜੇ ਹੋਣੇ ਸ਼ੁਰੂ ਹੋ ਗਿਆ ਕਿ ਸਰਕਾਰ ਸਿਰਫ ਤੇ ਸਿਰਫ ਸ਼ਾਇਦ ਬਦਲਾਖੋਰੀ ਦੀ ਨੀਤੀ ਦੇ ਤਹਿਤ ਹੀ ਇਹ ਕਾਰਵਾਈਆਂ ਕਰਦੀ ਪਈ ਆ। ਕਿਉਂਕਿ ਅਜੇ ਤੱਕ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਜਿਹੜਾ ਜੋਗਿੰਦਰਪਾਲ ਭੂਆ ਜਿਹੜੇ ਵਕੀਲ ਜਿਹੜੇ ਸੀ ਉੱਥੋਂ ਦੇ ਭੂਆ ਦੇ ਸਾਬਕਾ ਕਾਂਗਰਸੀ ਵਿਧਾਇਕ, ਉਹਨਾਂ ਦੇ ਉੱਤੇ ਮਾਈਨਿੰਗ ਦਾ ਪਰਚਾ ਦਰਜ ਕੀਤਾ, ਉਹ ਵੀ ਬੰਦਾ ਜ਼ਮਾਨਤ ਲੈਣ ਵਿੱਚ ਸਫਲ ਹੋ ਜਾਂਦਾ। ਦੂਜੇ ਪਾਸੇ ਇਹਨਾਂ ਦਾ ਆਪਣਾ ਮੰਤਰੀ ਜਿਹੜੇ ਵਿਜੇ ਸਿੰਗਲਾ, ਜਿਹਨੂੰ ਉਹਨੂੰ ਫੜ ਕੇ ਅੰਦਰ ਕੀਤਾ, ਉਹਦੇ ਸੰਬੰਧੀ ਵੀ ਕੋਰਟ ਦੇ ਵਿੱਚ ਕੋਈ ਵੀ ਪ੍ਰਮਾਣ ਜਿਹੜਾ ਸਰਕਾਰ ਜਿਹੜੀ ਪੇਸ਼ ਨਹੀਂ ਸੀ ਕਰ ਸਕੀ, ਤਾਂ ਉਹ ਵੀ ਆਪਣੇ ਅਸੀਂ ਜ਼ਮਾਨਤ ਲੈਣ ਵਿੱਚ ਰੈਗੂਲਰ ਜ਼ਮਾਨਤ ਲੈ ਕੇ ਉਹ ਸਫਲ ਹੋ ਗਏ, ਰਾਹਤ ਉਹਨਾਂ ਲੈ ਲਈ। ਤਾਂ ਇਹੋ ਜਿਹੇ ਪ੍ਰਸੰਗ ਦੇ ਵਿੱਚ ਫਿਰ ਇਹ ਵੇਖਣਾ ਪਏਗਾ ਕਿ ਸਰਕਾਰ ਦਾ ਜਿਹੜਾ ਐਡਵੋਕੇਟ ਜਨਰਲ ਦਾ ਦਫ਼ਤਰ ਆ, ਕਿ ਉਹ ਸਫੈਦ ਹਾਥੀ ਬਣ ਚੁੱਕਾ, ਚਿੱਟਾ ਹਾਥੀ ਬਣ ਚੁੱਕਾ, ਕਿ ਆਪਣਿਆਂ ਖਾਸਾਂ ਨੂੰ ਉੱਥੇ ਲਿਆਉਣਾ। ਜੇਕਰ ਅਨਮੋਲ ਰਤਨ ਸਿੰਘ ਸਿੱਧੂ ਵਰਗੇ ਬੰਦੇ ਜਿਹੜੇ ਕਾਬਲ ਵਕੀਲ ਸੀ, ਉਹ ਸਰਕਾਰ ਨੂੰ ਛੱਡ ਕੇ ਚਲ ਜਾਂਦੇ ਆ, ਇੱਕ ਉਹਦਾ ਮਾਨਮਤਾ ਉਹਦਾ ਛੱਡ ਕੇ ਚਲੇ ਜਾਂਦੇ, ਤਾਂ ਫਿਰ ਵਾਕਿਆ ਹੀ ਜਿਹੋ ਜਿਹੀਆਂ ਸਰਗੋਸ਼ੀਆਂ ਉਹਨਾਂ ਦਿਨਾਂ 'ਚ ਚੱਲਦੀਆਂ ਸਨ ਕਿ ਸਰਕਾਰ ਦਾ ਉਹਨਾਂ ਉੱਤੇ ਦਬਾਅ ਇੰਨਾ ਕਿਹਾ ਕਿ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਆ, ਉਹ ਨਹੀਂ ਚੱਲੇ ਤਾਂ ਉਹਨਾਂ ਨੇ ਛੱਡ ਦਿੱਤਾ। ਤੇ ਸ਼ਾਇਦ ਹੁਣ ਵਿਨੋਦ ਘਈ ਨੂੰ ਲਿਆਂਦਾ ਹੀ ਇਸੇ ਕਰਕੇ ਗਿਆ ਸੀ ਕਿ ਉਹਦਾ ਕੁਝ ਇਹੋ ਜਿਹੀਆਂ ਜਿਹੜੀਆਂ ਸਾਂਝਾਂ ਨੇ ਉਹ ਭੁਗਤਾਈਆਂ ਜਾਣ। ਸੋ ਕੁਦਰਤੀ ਤੌਰ ਤੇ ਸਰਕਾਰ ਦੀ ਕਾਰਜਗੁਜ਼ਾਰੀ ਤਾਂ ਇਹੋ ਲੱਗਦੀ ਆ ਕਿ ਸਿਰਫ ਤੇ ਸਿਰਫ ਕਾਂਗਰਸੀ ਮੰਤਰੀਆਂ, ਸਾਬਕਾ ਮੰਤਰੀਆਂ ਨੂੰ ਕਰਕੇ ਫੜ ਕੇ ਅੰਦਰ ਠੋਕੋ ਤੇ ਆਪਣੀ ਜਿਹੜੀ ਆ ਰਾਜਸੀ ਜਾਂ ਸਿਆਸੀ ਰੋਟੀਆਂ ਜਿਹੜੀਆਂ ਸੇਕੋ। ਜੇ ਜ਼ਮਾਨਤ ਹੁੰਦੀ ਆ ਹੋ ਜਾਵੇ, ਕੋਈ ਫਰਕ ਨਹੀਂ ਪੈਂਦਾ। ਘੱਟ ਤੋਂ ਘੱਟ ਭਗਵੰਤ ਸਿੰਘ ਮਾਨ ਇਹ ਗੱਲ ਕਹਿ ਦੂਗਾ, ਵੇਖੋ ਜੀ ਅਸੀਂ ਤਾਂ ਕਾਰਵਾਈ ਕੀਤੀ, ਅੱਗੋਂ ਅਦਾਲਤਾਂ ਨੇ ਉਹਨਾਂ ਨੂੰ ਦੇ ਦਿੱਤੀ, ਤਾਂ ਅਸੀਂ ਕੀ ਕਰ ਸਕਦੇ ਹਾਂ। ਸਿਰਫ ਤੇ ਸਿਰਫ ਇਹ ਸਿਆਸੀ ਡਰਾਮਾ, ਮੈਂ ਇਹਨਾਂ ਨੂੰ ਕਹਿ ਸਕਦਾ ਕਿ ਇਸ ਵੇਲੇ ਭਗਵੰਤ ਸਿੰਘ ਦੀ ਮਾਨ ਦੀ ਸਰਕਾਰ ਸਿਰਫ ਸਿਆਸੀ ਡਰਾਮੇ ਕਰਨ ਵੱਲ ਰੁਚਿਤ ਆ, ਕਿਸੇ ਸਿਖਰ ਵੱਲ ਪਹੁੰਚਦੀ ਨਜ਼ਰ ਨਹੀਂ ਆਉਂਦੀ। ਕੱਲ ਦੇ ਨਾਲ ਜੋ ਕੱਲ ਦੀ ਕਾਰਵਾਈ ਬਿਕਰਮ ਸਿੰਘ ਮਜੀਠੀ ਨੂੰ ਜਿਹੜੀ ਜ਼ਮਾਨਤ ਮਿਲਦੀ ਆ, ਉਹਦੇ ਨਾਲ ਸਰਕਾਰ ਨੂੰ ਇੱਕ ਤਗੜਾ ਝਟਕਾ ਮਿਲਦਾ। ਪਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀ ਦੇ ਬਾਹਰ ਆਉਂਦਿਆਂ ਸਾਰੀ ਸਭ ਤੋਂ ਪਹਿਲੀ ਵਧਾਈ ਜਿਹੜੀ ਆ ਉਹ ਭਗਵੰਤ ਸਿੰਘ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਤੇ ਉਹਨਾਂ ਦੇ ਵਿਆਹ ਦੀ ਦਿੱਤੀ ਆ। ਉਹਦੇ ਵਿੱਚ ਵੀ ਬਹੁਤ ਕੁਝ ਲੁਕਿਆ ਹੋਇਆ ਨਜ਼ਰ ਜਿਹੜਾ ਆਉਂਦਾ। ਬਿਲਕੁਲ ਬਿਲਕੁਲ। ਤੇ ਨਾਲ ਹੀ ਅਣਖ ਸਾਹਿਬ ਗੱਲ ਕਰਾਂਗੇ ਆਰਟੀ ਐਕਟ ਦੀ। ਇਸ ਮੁਤਾਬਕ ਆਪਾਂ ਕੋਈ ਵੀ ਜਾਣਕਾਰੀ ਲੈ ਸਕਦੇ ਹਾਂ, ਭਾਵੇਂ ਤੁਸੀਂ ਲੈਣੀ ਆ ਜਾਂ ਮੈਂ ਲੈਣੀ ਆ। ਪਰ ਹੁਣ ਜਿਹੜੀ ਕਾਰਟੀ ਪਾਈ ਗਈ ਸੀਗੀ, ਤਾਂ ਸਰਕਾਰ ਨੇ ਜਿਹੜਾ ਸੀਐਮ ਦੇ ਹਵਾਈ ਸਫ਼ਰ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਤਾਂ ਜਿਹੜਾ ਇਨਕਾਰ ਕੀਤਾ, ਤਾਂ ਕੀ ਲੱਗਦਾ ਹੈ ਕੋਈ ਦਾਲ ਦੇ ਵਿੱਚ ਕਾਲਾ ਨਜ਼ਰ ਆ ਰਿਹਾ? ਗੁਰਪ੍ਰੀਤ ਜੀ, ਬੀਤੇ ਦਿਨਾਂ ਦੇ ਵਿੱਚ ਭਗਵੰਤ ਸਿੰਘ ਮਾਨ ਨੇ ਜਿੰਨੇ ਹੈਲੀਕਾਪਟਰ ਦੇ ਝੂਟੇ ਲਏ ਆ, ਉਹ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਨਾਲੋਂ ਬਹੁਤ ਜ਼ਿਆਦਾ ਝੂਟੇ ਕਹਿੰਦੇ ਲਏ ਆ ਉਹਨਾਂ ਨੇ। ਤੇ ਉਹ ਕਰੋੜਾਂ ਦੇ ਵਿੱਚ ਖਰਚ ਜਿਹੜਾ ਉਹ ਬਣ ਗਿਆ। ਤੇ ਪਿਛਲੇ 2 ਦਿਨਾਂ 'ਚ ਜਿਹੜੀ ਇੱਕ ਆਰਟੀ ਜਾਣਕਾਰੀ ਸਾਹਮਣੇ ਆਈ ਹੈ ਕਿ 2 ਦਿਨਾਂ ਦੇ ਵਿੱਚ ਹੀ 5 ਕਰੋੜ ਦੇ ਲਾਗੇ ਚਾਗੇ ਜਿਹੜਾ ਉਹ ਹਵਾਈ ਸਫ਼ਰ ਭਗਵੰਤ ਮਾਨ ਨੇ ਜਿਹੜਾ ਉਹ ਕੀਤਾ ਹੈਗਾ 2 ਕਰੋੜ ਰੁਪਈਆਂ 'ਚ। ਤਾਂ ਹੁਣ ਜਿਹੜੇ ਹੈਲੀਕਾਪਟਰ ਦੇ ਝੂਟੇ ਨੇ ਉਹ ਤਾਂ ਚਰਨਜੀਤ ਸਿੰਘ ਚੰਨੀ ਵੀ ਲੈਂਦੇ ਰਹੇ ਆ ਤੇ ਕੈਪਟਨ ਅਮਰਿੰਦਰ ਸਿੰਘ ਵੀ ਲੈਂਦੇ ਰਹੇ ਆ, ਪਰ ਇਹ ਕਹਿੰਦੇ ਜ਼ਿਆਦਾ ਲੈ ਰਹੇ ਆ। ਹੁਣ ਮੁੱਖ ਮੰਤਰੀ ਬੰਦਾ ਬਣਿਆ ਹੋਵੇ ਤਾਂ ਝੂਟੇ ਲੈਣ ਦਾ ਹੱਕ ਤਾਂ ਚਲੋ ਹੁੰਦਾ ਹੀ ਆ, ਪਰ ਜਦੋਂ ਉਹਨਾਂ ਝੂਟੇ ਲੈਣ ਦਾ ਅਸਰ ਸਰਕਾਰੀ ਖਜ਼ਾਨੇ ਤੇ ਪੈ ਰਿਹਾ ਹੋਵੇ ਤਾਂ ਫਿਰ ਲੋਕਾਂ ਨੂੰ ਤਕਲੀਫ ਤਾਂ ਹੋਣੀ ਹੈ। ਕਿਉਂਕਿ ਇਹ ਉਹ ਸਰਕਾਰ ਆ ਜਿਹੜੀ ਇਹ ਗੱਲ ਕਹਿ ਕੇ ਆਈ ਸੀ ਕਿ ਅਸੀਂ ਲੋਕਾਂ ਦਾ ਇੱਕ ਇੱਕ ਪੈਸਾ ਲੋਕਾਂ ਤੇ ਹੀ ਖਰਚ ਕਰਦਾ, ਪਰ ਹੁਣ ਲੋਕਾਂ ਦੀ ਮਿਹਨਤ ਨਾਲ ਕਮਾਇਆ ਪੈਸਾ ਜੋ ਟੈਕਸ ਦੇ ਰੂਪ 'ਚ ਸਰਕਾਰੀ ਖਾਤੇ 'ਚ ਜਮ੍ਹਾਂ ਹੁੰਦਾ, ਜਦੋਂ ਮੁੱਖ ਮੰਤਰੀ ਦੇ ਝੂਟਿਆਂ ਤੇ ਖਰਚ ਹੋਵੇਗਾ, ਹਵਾਈ ਝੂਟਿਆਂ ਤੇ ਖਰਚ ਹੋਵੇਗਾ, ਤਾਂ ਫਿਰ ਲੋਕਾਂ ਨੇ ਜਦੋਂ ਉਸਦੀ ਜਾਣਕਾਰੀ ਮੰਗਣੀ ਆ
ਫਿਰ ਉਹ ਜਾਣਕਾਰੀ ਜੇ ਲੋਕਾਂ ਦੇ ਸਾਹਮਣੇ ਨਸ਼ਰ ਹੋ ਜਾਂਦੀ ਹੈ ਤਾਂ ਫਿਰ ਸਰਕਾਰ ਦਾ ਉਹ ਦੋਗਲਾ ਚਿਹਰਾ ਵੀ ਸਾਹਮਣੇ ਆ ਜਾਂਦਾ ਕਿ ਜਿਹੜਾ ਇੱਕ ਪਾਸੇ ਤਾਂ ਲੋਕਾਂ ਨੂੰ ਇਹ ਕਹਿੰਦਾ ਰਿਹਾ ਕਿ ਅਸੀਂ ਇਹੋ ਜਿਹੇ ਤਰੀਕੇ ਨਾਲ ਪਾਰਦਰਸ਼ਤਾ ਲਿਆਉਣੀ ਹੈ, ਇਹੋ ਜਿਹਾ ਕੰਮ ਕਰਦਾ ਕਿ ਲੋਕਾਂ ਨੂੰ ਸਰਕਾਰ ਆਪਣੀ ਲੱਗੇ। ਹੁਣ ਦੂਜੇ ਪਾਸੇ ਮੇਰੇ ਤੇ ਤੁਹਾਡੇ ਵਰਗਾ ਸਧਾਰਨ ਬੰਦਾ ਵੱਧਦੀਆਂ ਪੈਟਰੋਲ ਦੀਆਂ ਕੀਮਤਾਂ ਕਰਕੇ ਲੀਟਰ ਜਿੱਥੇ ਪਾਉਂਦਾ ਸੀ ਹੁਣ ਪੰਜਾਬਾਂ ਦਾ ਹੀ ਪਾਉਂਦਾ, ਤਾਂ ਦੂਸਰੇ ਪਾਸੇ ਮੁੱਖ ਮੰਤਰੀ ਸਾਹਿਬ ਉਸੇ ਪੈਸੇ ਨਾਲ ਹਵਾਈ ਜਹਾਜ਼ਾਂ ਦਾ ਐਸ਼ ਕਰਨ, ਦੁੱਖ ਤਾਂ ਲੱਗਦਾ ਹੀ ਆ। ਤਾਂ ਫਿਰ ਇਸ ਕਾਰਨ ਹੀ ਕਿ ਇਹ ਜਾਣਕਾਰੀ ਹੁਣ ਲੋਕਾਂ ਦੇ ਸਾਹਮਣੇ ਨਾ ਜਾਵੇ ਤਾਂ ਚਲੋ ਠੀਕ ਆ, ਇਸ ਦਾ ਵੇਰਵਾ ਆਪਾਂ ਨਹੀਂ ਦੇ ਸਕਦੇ, ਸੁਰੱਖਿਆ ਦਾ ਮੁੱਦਾ ਬਣਾ ਕੇ ਆਰਟੀਆਈ ਦੇ ਘੇਰੇ ਤੋਂ ਇਸ ਨੂੰ ਮੁਕਤ ਕਰ ਦਿੱਤਾ। ਹੁਣ ਪ੍ਰਸ਼ਨ ਗੁਰਪ੍ਰੀਤ ਜੀ ਇਹ ਉੱਠਦਾ ਕਿ ਤੁਸੀਂ ਮੁੱਖ ਮੰਤਰੀ ਦੇ ਜਿਹੜੇ ਇਹ ਹੈਲੀਕਾਪਟਰ ਆ ਝੂਟੇ, ਜਿਹੜੇ ਹਵਾਈ ਝੂਟੇ ਨੇ, ਸੁਰੱਖਿਆ ਦੇ ਮਸਲੇ 'ਚ ਲੈਂਦੇ ਨੇ ਕਿ ਸੁਰੱਖਿਆ ਕਾਰਨ ਇਹ ਕਿਤੇ ਜਾਣਕਾਰੀ ਲੀਕ ਨਾ ਹੋ ਜਾਏ। ਹੁਣ ਬੰਦਾ ਪੁੱਛੇ ਕਿ ਜਿਹੜਾ ਪੰਜਾਬ ਦਾ ਆਮ ਤੁਹਾਡੇ ਮੇਰੇ ਵਰਗਾ ਜਨ ਸਧਾਰਨ ਨਾਗਰਿਕ ਆ, ਜਿਹੜਾ ਮੋਟਰਸਾਈਕਲ ਜਾਂ ਵੱਧ ਤੋਂ ਵੱਧ ਕਾਰ ਰੱਖ ਲੂਗਾ, ਜਾਂ ਜ਼ਿਆਦਾ ਲੋਕਾਂ ਕੋਲ ਸਾਈਕਲ ਵੀ ਅਜੇ ਨੇ, ਕਿ ਉਹ ਸਾਈਕਲ ਤੇ ਚੜ੍ਹ ਕੇ ਮੁੱਖ ਮੰਤਰੀ ਦੀ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਕਰ ਸਕਦਾ? ਮੁੱਖ ਮੰਤਰੀ ਸਾਹਿਬ ਦਾ ਤਾਂ ਹੈਲੀਕਾਪਟਰ ਉੱਥੋਂ ਉੱਡਣਾ, ਮੁੱਖ ਮੰਤਰੀ ਨਿਵਾਸ ਤੋਂ ਸਿੱਧਾ ਦਿੱਲੀ ਜਾ ਉਤਰਨਾ, ਤੇ ਮੇਰੇ ਤੁਹਾਡੇ ਵਰਗਿਆਂ ਨੇ ਥੱਲੇ ਉੜਦੇ ਜਾਂ ਹੈਲੀਕਾਪਟਰ ਨੂੰ ਵੇਖ ਕੇ ਟਾਟਾ ਹੀ ਕਰਨਾ ਕਿ ਉਹ ਵੇਖੋ ਮੁੱਖ ਮੰਤਰੀ ਸਾਹਿਬ ਜਾ ਰਹੇ ਆ। ਤਾਂ ਉਧਰੋਂ ਭਲਾ ਪੁੱਛੋ ਕਿ ਕਿਹੜੀ ਸੁਰੱਖਿਆ ਨੂੰ ਖਤਰਾ ਜਿਹੜਾ ਹੋ ਸਕਦਾ? ਪਰ ਕਿਉਂਕਿ ਸਰਕਾਰ ਉਹਨਾਂ ਦੀ ਆ, ਇਸ ਕਰਕੇ ਜਿਹੜੀ ਜਾਣਕਾਰੀ ਆਪਾਂ ਦੇਣੀ ਆ ਜਾਂ ਜਾਣਕਾਰੀ ਨਹੀਂ ਦੇਣੀ, ਉਹਨੂੰ ਲੁਕਾਉਣਾ ਕਿਸ ਤਰੀਕੇ ਨਾਲ ਆ। ਸੋ ਉਹ ਜਾਣਕਾਰੀ ਲੁਕਾਉਣ ਦੇ ਹੀ ਤਰੀਕਿਆਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਇਹਨਾਂ ਹਵਾਈ ਸਫ਼ਰਾਂ ਨੂੰ ਸੁਰੱਖਿਆ ਦਾ ਹਵਾਲਾ ਦੇ ਕੇ ਇਹਨੂੰ ਆਰਟੀਆਈ ਦੇ ਵਿੱਚ ਜਾਂ ਸੂਚਨਾ ਦਾ ਅਧਿਕਾਰ ਤੋਂ ਇਸ ਨੂੰ ਬਾਹਰ ਕਰ ਦਿੱਤਾ ਗਿਆ ਜੀ। ਬਿਲਕੁਲ ਕਹਿ ਸਕਦੇ ਕਿ ਮੁਸ਼ਕਲਾਂ ਜ਼ਰੂਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਇਸ ਤੋਂ ਬਾਅਦ ਮਾਨ ਸਰਕਾਰ ਦੀਆਂ ਜਿਸ ਤਰੀਕੇ ਦੇ ਨਾਲ ਹੁਣ ਕਹਿ ਸਕਦੇ ਹਾਂ ਕਿ ਆਰਟੀਆਈ ਐਕਟਿਵਿਸਟ ਦੇ ਵੱਲੋਂ ਕੋਈ ਜਿਹੜੀ ਕਾਰਵਾਈ ਵੀ ਹੈ ਉਹ ਪਾਈ ਜਾ ਸਕਦੀ ਹੈ। ਤੇ ਆਖਰੀ ਸਵਾਲ ਅਣਖ ਸਾਹਿਬ ਗੱਲ ਕਰਾਂਗੇ, ਜਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਐਸਜੀਪੀਸੀ ਨੇ ਹੁਣ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ, ਤਾਂ ਕਿਵੇਂ ਦੇਖਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਿਹਾ ਹੈ? ਕੱਲ ਦਾ ਤਾਂ ਸੋਸ਼ਲ ਮੀਡੀਆ ਤੇ ਬੜਾ ਟਰੋਲ ਹੋ ਰਿਹਾ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਕਿ ਅਕਾਲੀ ਦਲ ਦਾ ਇੱਕ ਬੰਦੀ ਸਿੰਘ ਤਾਂ ਰਿਹਾ ਹੋ ਗਿਆ। ਟਰੋਲ ਸੋਸ਼ਲ ਮੀਡੀਆ ਤੇ ਚੱਲਦੇ ਪਏ ਨੇ। ਸੋ ਸ਼੍ਰੋਮਣੀ ਅਕਾਲੀ ਦਲ ਕੋਲ ਇਸ ਵੇਲੇ ਕੋਈ ਮੁੱਦਾ ਰਹਿ ਨਹੀਂ ਗਿਆ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜਾ ਐਲਾਨ ਕੀਤਾ ਗਿਆ, ਇਹ ਇਸ ਕਰਕੇ ਮੈਨੂੰ ਐਲਾਨ ਕੀਤਾ ਲੱਗਦਾ ਕਿਉਂਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਧਰਨਾ ਜਿਹੜਾ ਦਿੱਲੀ ਦੇ ਜੰਤਰ ਮੰਤਰ ਤੇ ਲੱਗਾ, ਤੇ ਉੱਥੇ ਸਿਮਰਨਜੀਤ ਸਿੰਘ ਮਾਨ ਹੋਣੀ ਤੇ ਉਹਨਾਂ ਦੇ ਨੇੜਲੇ ਜਿਹੜੇ ਨੇ ਜ਼ੋਰ ਦੀ ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ੋਰ ਪਾ ਰਹੇ ਨੇ ਜਾਂ ਲੈਕਚਰ ਦੇ ਰਹੇ ਨੇ। ਤਾਂ ਇਹੋ ਜਿਹੇ ਸਮੇਂ 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੀ ਅੰਦਰੂਨੀ ਲੜਾਈ ਦੇ ਵਿੱਚ ਉਲਝਿਆ ਪਿਆ, ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਨੂੰ ਬਚਾਉਣ ਵਾਸਤੇ ਉਲਝੇ ਪਏ ਨੇ, ਤਾਂ ਦੂਜੇ ਪਾਸੇ ਅਕਾਲੀ ਦਲ ਸਾਰੀਆਂ ਇਕਾਈਆਂ ਭੰਗ ਕਰ ਦਿੱਤੀਆਂ। ਤਾਂ ਫਿਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹਨਾਂ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਨਾ ਕਿ ਜਿਹੜੀ ਇਸ ਮੁੱਦੇ ਤੇ ਘੱਟ ਤੋਂ ਘੱਟ ਇਸ ਮੁੱਦੇ ਨੂੰ ਉਭਾਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਥੋੜਾ ਜਿਹਾ ਜਿੰਦਾ ਰੱਖਣ ਦੀ ਕੋਸ਼ਿਸ਼ ਕਰੇ ਕਿ ਵੇਖੋ ਜੀ ਬੇਸ਼ੱਕ ਅਕਾਲੀ ਦਲ ਇਸ ਵੇਲੇ ਜਿਸ ਤਰੀਕੇ ਨਾਲ ਮਰਜ਼ੀ ਅੰਦਰੂਨੀ ਸੰਕਟ 'ਚ ਘਿਰਿਆ, ਪਰ ਅਸੀਂ ਫਿਰ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹੁਣ ਸੰਘਰਸ਼ ਦਾ ਐਲਾਨ ਜਿਹੜਾ ਉਹ ਕਰ ਰਹੇ ਹਾਂ, ਅਸੀਂ ਮੋਰਚਾ ਲਾਉਣਾ ਆ। ਤਾਂ ਚਲੋ ਠੀਕ ਹੈ, ਲਾ ਲੈਣ ਮੋਰਚਾ, ਉੱਥੇ ਕੀ ਫਰਕ ਪੈਣਾ? ਸੰਘਰਸ਼ ਅੱਗੇ ਕਿਹੜੇ ਨਹੀਂ ਹੁੰਦੇ ਰਹੇ ਜਾਂ ਕੀ ਨਹੀਂ ਹੋਣਾ, ਇਹ ਤਾਂ ਜੋ ਹੋਣਾ ਉਹ ਉਸੇ ਤਰੀਕੇ ਨਾਲ ਹੋਣਾ। ਕਿਉਂਕਿ ਕੱਲ ਦੀ ਜਿਹੜੀ ਘਟਨਾ, ਕੱਲ ਦੀ ਜਿਹੜੀ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਜਿਹੜੀ ਮਿਲੀ ਆ, ਇਹਦੇ ਸੰਬੰਧੀ ਬਹੁਤ ਚਰਚਾਵਾਂ ਨੇ ਕਿ ਕਿਸ ਤਰੀਕੇ ਨਾਲ ਜਿਹੜੀ ਜਿਹੜੀ ਬੀਤੇ ਦਿਨਾਂ 'ਚ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੀ ਚੋਣ ਹੋਈ ਸ਼੍ਰੋਮਣੀ ਅਕਾਲੀ ਦਲ ਦਾ, ਉਹਦੇ ਵੱਲ ਚੁੱਕਣਾ ਵੀ ਇਸ ਰਿਹਾਈ ਦਾ ਵੱਡਾ ਕਾਰਨ ਬਣਿਆ। ਤੇ ਦੂਜੇ ਪਾਸੇ ਹੋ ਸਕਦਾ ਕਿਉਂਕਿ ਹੁਣ ਪ੍ਰਸ਼ਨ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੁੱਛਿਆ, ਤਾਂ ਕੁਦਰਤੀ ਤੌਰ ਤੇ ਇੱਕ ਦਬਾਅ ਦੀ ਨੀਤੀ ਦੇ ਤਹਿਤ ਕਿ ਚਲੋ ਠੀਕ ਆ, ਲੋਕਾਂ ਦੇ ਵਿੱਚ ਕੋਈ ਵੀ ਰਾਜਸੀ ਪਾਰਟੀ ਉਹਨਾਂ ਚਿਰ ਜਿੰਦਾ ਰਹਿੰਦੀ ਆ ਕਿ ਜਿੰਨਾ ਚਿਰ ਤੱਕ ਉਹ ਲੋਕਾਂ ਨਾਲ ਜੁੜੀ ਰਹੇ। ਹੁਣ 5 ਸਾਲ ਜਿਹੜੇ ਪਹਿਲੇ 5 ਸਾਲ ਅਕਾਲੀ ਦਲ ਸਿਆਸਤ ਤੋਂ ਬਾਹਰ ਹੋ ਗਿਆ, ਹੁਣ ਇਹ ਵੀ 5 ਸਾਲ ਸਿਆਸਤ ਤੋਂ ਬਾਹਰ ਹੀ ਰਿਹਾ, ਦੋ ਉਹਨਾਂ ਦੇ ਹਨ। ਤਾਂ ਘੱਟੋ ਘੱਟ ਲੋਕਾਂ 'ਚ ਆਪਣੀ ਹੋਂਦ ਨੂੰ ਬਣਾਈ ਰੱਖਣ ਵਾਸਤੇ ਜ਼ਰੂਰੀ ਆ ਕਿ ਇਹੋ ਜਿਹੇ ਜਿਹੜੇ ਸ਼ੁਰਦੀਆਂ ਛੱਡੀਆਂ ਜਾਣ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਕਦੇ ਕੋਈ ਮੁੱਦਾ, ਇਹ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੱਡ ਦੇ, ਚਾਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਛੱਡ ਦੇ, ਗੱਲ ਤਾਂ ਇੱਕ ਹੀ ਆ। ਬਹੁਤ ਸੋਹਣਾ ਤੁਸੀਂ ਗੱਲ ਕੀਤੀ ਆ ਕਿ ਰਫਲ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਮੋਢੇ ਤੇ ਰੱਖ ਕੇ ਚਲਾਈ ਜਾ ਰਹੀ ਆ। ਤੁਸੀਂ ਮੋਢਾ ਕਿਉਂ ਵਰਤਣਾ? ਹੈ ਹੀ ਉਹ, ਮਤਲਬ ਚਿਹਰੇ ਹੀ ਬਦਲੇ ਆ। ਚਾਹੇ ਐਡਵੋਕੇਟ ਚਰਨ ਸਿੰਘ ਧਾਮੀ ਆ, ਉਹ ਧਾਮੀ ਹੋਣੀ ਜੋ ਉਹੀ ਬੋਲਣਾ ਜੋ ਉਹਨਾਂ ਨੂੰ ਪ੍ਰਧਾਨ ਸਾਹਿਬ ਨੇ ਕਹਿਣਾ ਆ,
ਤਾਂ ਹੁਣ ਸਥਿਤੀਆਂ ਜੀ। ਹੋਰ ਬਦਲ ਜਾਣਗੀਆਂ। ਸੋ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ, ਇਹ ਸਿਰਫ ਤੇ ਸਿਰਫ ਆਪਣੀ ਹੋਂਦ ਨੂੰ ਲੋਕਾਂ ਦੇ ਵਿੱਚ ਜਿੰਦਾ ਰੱਖਣ ਦੀ ਗੱਲ ਹੈ। ਕੱਲ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਸੀ ਸੁਖਬੀਰ ਸਿੰਘ ਬਾਦਲ ਦਾ, ਉਹ ਪਤਾ ਨਹੀਂ ਕਿਹੜੀ ਸੁਪਨਮਈ ਦੁਨੀਆ 'ਚ ਕਹਿ ਰਿਹਾ ਕਿ ਜਦੋਂ ਅਸੀਂ ਸੋਚਿਆ ਕਿ ਪੰਜਾਬ 'ਚ ਘੱਟ ਗਿਣਤੀ ਨੇ, ਜੈਨੀ, ਕ੍ਰਿਸਚਨ, ਬੁੱਧੀ, ਇਸ ਤਰ੍ਹਾਂ ਦੀ ਕਹਿ ਰਹੇ ਸੀ, ਤੇ ਅਸੀਂ ਫਿਰ ਇੱਕ ਮਹਿਕਮਾ ਬਣਾਵਾਂਗੇ ਵੱਖਰਾ ਮੰਤਰਾਲੇ ਜਿੱਥੇ ਘੱਟ ਗਿਣਤੀਆਂ ਦੀ ਰੱਖਿਆ ਕੀਤੀ ਜਾਏਗੀ। ਮਤਲਬ ਜਿਸ ਤਰ੍ਹਾਂ ਅਸੀਂ ਕਹਿੰਦੇ ਨਾ, ਬੰਦਾ ਫੂਲਸ ਪੈਰਾਡਾਈਜ਼, ਜਿਹੜਾ ਮੂਰਖਾਂ ਦਾ ਸਵਰਗ ਹੁੰਦਾ, ਬੰਦਾ ਉਹਦੇ 'ਚ ਰਹਿ ਰਿਹਾ। ਅਜੇ ਤੁਹਾਡੀ ਸਰਕਾਰ ਪਤਾ ਨਹੀਂ ਕਦੋਂ ਬਣਨੀ ਹੈ, ਕੀ ਨਹੀਂ ਹੋਣਾ, ਕਦੋਂ ਕੀ ਸਥਿਤੀਆਂ ਬਣਨੀਆਂ ਨੇ। ਹੁਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੇ ਬਣਨੀ ਹੈ, ਮੰਨ ਲਓ ਕਿ ਬਣਦੀ ਹੈ, ਤਾਂ ਉਹ 27 'ਚ ਹੀ ਬਣੇਗੀ। ਤੇ ਤੁਸੀਂ 5 ਸਾਲ ਪਹਿਲਾਂ ਹੀ ਇਹੋ ਜਿਹੇ ਐਲਾਨ ਜਿਹੜੇ ਤੁਸੀਂ ਕਰਨੇ ਸ਼ੁਰੂ ਕਰ ਦੋ, ਅਸੀਂ ਮੰਤਰੀ ਬਣਾਵਾਂਗੇ, ਇੱਕ ਮਹਿਕਮਾ ਵੱਖਰਾ ਹੋਊਗਾ, ਇਹ ਉਹ ਮੂਰਖਾਂ ਦੇ ਸਵਰਗ ਦੀ ਗੱਲ ਹੁੰਦੀ ਕਿ ਬੰਦਾ ਅੰਦਰੋਂ ਉਹ ਚੀਜ਼ ਜਾਂਦੀ ਨਹੀਂ। ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਜਦੋਂ ਦਾ ਵੀ ਵੇਖਿਆ, ਉਹਨਾਂ ਨੇ ਇਹੋ ਹਾਲਾਤ ਵੇਖੇ ਨੇ ਕਿ ਘਰ 'ਚ ਪਾਪਾ ਜੀ ਮੁੱਖ ਮੰਤਰੀ ਸਨ, ਸਾਰੀ ਤਾਕਤ ਜਿਹੜੀ ਸੀ ਉਹਨਾਂ ਕੋਲ ਰਹੀ ਆ, ਤੇ ਉਹ ਤਾਕਤ ਜਿਹੜੀ ਉਹਨੂੰ ਖੁਸਦੀ ਜਦੋਂ ਚੱਲ ਜਾਂਦੀ ਹੈ, ਜ਼ਮੀਨ 'ਚੋਂ ਪੈਰ ਉਤੋਂ ਖਤਮ ਹੋ ਜਾਂਦਾ, ਤੇ ਵਿਅਕਤੀ ਅਜੇ ਵੀ ਉਸੇ ਤਰੀਕੇ ਨਾਲ ਹੀ ਜਬੜੀਆਂ ਜਿਹੀਆਂ ਮਾਰੀ ਜਾਂਦਾ। ਸੋ ਇਹ ਕੇਵਲ ਤੇ ਕੇਵਲ ਉਹਨਾਂ ਦਾ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦਾ ਇੱਕ ਯਤਨ ਹੈ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੰਘਰਸ਼ ਦਾ ਜਿਹੜਾ ਐਲਾਨ ਕਰਵਾਇਆ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਅਣਖੀ ਸਾਹਿਬ, ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਲਈ। ਬਹੁਤ ਬਹੁਤ ਧੰਨਵਾਦ ਚੱਠਾ ਸਾਹਿਬ। ਤਾਂ ਸਾਡੇ ਨਾਲ ਸਨ ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ। ਤਮਾਮ ਖਬਰਾਂ ਨੂੰ ਲੈ ਕੇ ਇਹਨਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ, ਕਮੈਂਟ ਕਰਕੇ ਆਪਣੀ ਰਾਏ ਤੁਸੀਂ ਜ਼ਰੂਰ ਸਾਂਝੀ ਕਰ ਸਕਦੇ ਹੋ। ਅੱਜ ਦੇ ਇਸ ਪ੍ਰੋਗਰਾਮ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ। ਧੰਨਵਾਦ।